लगा कि बाबा साहब अम्बेडकर का जो मिशन है वो कनाडा के अंदर भी रूपलाल गड्डू जी के हाथों में पूरी तरीके से मजबूत है। जोरदार तालियां उनके लिए। धन्यवाद चौधरी साहब। देश के कोने कोने तो आए साढ़े बहुत पढ़े लिखे बुद्धिजीवी साथियों और स्टेज पे विराजमान भारत सरकार के नुमाइंदे सारे ही साथियों को अज इस मौके पर इकट्ठे होने ते जय भीम, जय भारत, नमो बुद्धा। सो संघर्ष ही जिंदगी है और बिना संघर्ष तो कुछ नहीं मिल सकता। ज़्यादातर दसन की जरूरत नहीं है क्योंकि आप सब जानते हो कि भारत की धरती ते अज तो 131 साल पहला एक हीरे ने जन्म लिया और उस हीरे ने पिछले 5000 साल से जो बहुजन समाज के पैरों में जंजीरें डाल रखी थी, उस जंजीरों को तोड़ने के लिए बहुत संघर्ष किया। आप बहुत बुद्धिजीवी समझते हो इस गल नूं। सो उन्हां दे बारे दे विच जो मैं कहना या जो तुसी जानते हो सारिਆਂ ਨੂੰ पता है। अज दी गल सम्राट अशोक जी, ज्योतिबा फूले और बाबा साहब डॉक्टर अंबेडकर जी के जन्मदिन दियां आप सारिਆਂ ਨੂੰ बहुत बहुत मुबारकां। मैं अपने आप को बहुत भागा वाला समझदा कि अज इस मंच के उत्ते आदरयोग श्री KP चौधरी साहब होना ने मैनू बुला के जो मान बख्शिया, मैं हमेशा ऋणी रहांगा इन्हां दा। और तुहाडे रूबरू होने का जो मौका मैनू मिलिया बहुत खुशी की गल है। मैं तो एक अनमाना जिहा सिपाही हाँ, छोटा जिहा सिपाही हाँ, तुसी सारे कमांडर हैं। अज मैनू नज़र आ रहा कि बहुजन समाज के सारे कमांडर इत्थे बैठे हैं। सो मेरे वीरों, भरावो, भैनों ते साथियों, इतिहास किसी तो लुकिया नहीं है कि साडे इस समाज दे नाल हजारां सालां तो वितकरा, घोर अत्याचार, बेइंसाफी हो रही है। मैनू पहला कोई पता नहीं सी कि भारत दे विच कोई शूद्र नाम के लोग भी रहिंदे आ, कोई जिन्हों नीवी जाति का कह के बुलाया जाता वो भी लोग इत्थे रहिंदे आ। पर जदों मैं 1974 दे विच बाबा साहब डॉक्टर अंबेडकर जी दा लाइफ एंड मिशन पढ़िया ते जिंदगी दे विच एक हलचल मच गई कि वो ये समाज है जिस दे विच मेरा जन्म होया। सो 74-75 तो लैके
ਬਾਬਾ ਸਾਹਿਬ ਦੀ ਮੂਵਮੈਂਟ ਨੂੰ, ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਲਈ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਮੇਰੇ ਜਨਮ ਤੋਂ 1 ਸਾਲ ਬਾਅਦ ਬਾਬਾ ਸਾਹਿਬ ਇਸ ਦੁਨੀਆ ਤੋਂ ਚਲੇ ਗਏ, ਬੇਸਹਾਰਾ ਛੱਡ ਕੇ ਸਮਾਜ ਨੂੰ। ਲੇਕਿਨ ਬਾਬਾ ਸਾਹਿਬ ਦੀ ਮੂਵਮੈਂਟ ਨੂੰ ਅੱਗੇ ਲੈ ਜਾਣ ਵਾਸਤੇ ਉਸ ਵਕਤ ਕੋਈ ਵੀ ਲੀਡਰ ਨਹੀਂ ਸੀ। ਹੌਲੀ ਹੌਲੀ ਸਮਾਂ ਬੀਤਿਆ, ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਲਈ ਦਿਲ ਦੇ ਵਿੱਚ ਤਾਂਘ ਪੈਦਾ ਹੋਈ। ਖੁਸ਼ਕਿਸਮਤੀ ਸੀ ਕਿ ਬਾਬਾ ਸਾਹਿਬ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਜੀ ਹੁਣਾਂ ਦੇ ਨਾਲ ਹੌਲੀ ਹੌਲੀ ਰਾਬਤਾ ਵੱਧਦਾ ਗਿਆ, ਔਰ ਰਾਬਤਾ ਵੀ ਐਸਾ ਵਧਿਆ ਕਿ ਉਹਨਾਂ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਰਾਤ ਦਿਨ ਕਰਕੇ ਮਿਸ਼ਨ ਦੀ ਗੱਲ ਨੂੰ ਲੋਕਾਂ ਤੱਕ ਅੱਗੇ ਪਹੁੰਚਾਇਆ। ਸੋ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਬਦਲਦਾ ਰਹਿੰਦਾ ਹੈ। ਔਰ ਸਾਹਿਬ ਕਾਂਸ਼ੀ ਰਾਮ ਜੀ ਦੀ ਕਮਾਨ ਦੇ ਹੇਠ ਜਬ ਤੱਕ ਉਹ ਜੀਵਤ ਰਹੇ, ਅਸੀਂ ਉਹਨਾਂ ਦੇ ਮਿਸ਼ਨ ਦੇ ਨਾਲ ਨਾਲ ਕਦਮ ਨਾਲ ਕਦਮ ਮਿਲਾ ਕੇ ਚਲੇ। ਉਸ ਤੋਂ ਬਾਅਦ ਆਪਣੇ ਭਾਰਤ ਦੇਸ਼ ਦੇ ਅੰਦਰ ਬਹੁਤ ਸਾਰੇ ਲੋਕ, ਬਹੁਤ ਸਾਰੇ ਸੰਗਠਨ, ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ, ਚਾਹੇ ਉਹ ਡਾਕਟਰ ਅੰਬੇਡਕਰ ਜੀ ਦੇ ਨਾਂ ਤੇ ਬਣੀਆਂ, ਚਾਹੇ ਜੋਤੀਬਾ ਫੂਲੇ ਰਾਓ ਦੇ ਨਾਂ ਤੇ ਬਣੀਆਂ, ਚਾਹੇ ਮਾਤਾ ਸਵਿਤਰੀ ਜੀ ਦੇ ਨਾਂ ਤੇ ਬਣੀਆਂ। ਬਾਬਾ ਸਾਹਿਬ ਕਹਿੰਦੇ ਸੀ ਕਿ ਜਿਤਨੀਆਂ ਜ਼ਿਆਦਾ ਆਰਗੇਨਾਈਜੇਸ਼ਨ ਬਣ ਗਿਆ ਉਤਨਾ ਜ਼ਿਆਦਾ ਸਮਾਜ ਦਾ ਘਾਣ ਹੋਵੇਗਾ। ਜੇ ਸੰਘਰਸ਼ਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾ ਰਹੇ ਹਾਂ, ਆਪਣੇ ਆਪਣੇ ਸਮੇਂ ਦੇ ਵਿੱਚ ਸਾਰਿਆਂ ਨੇ ਸੰਘਰਸ਼ ਕੀਤਾ। ਮੇਰੇ ਇੱਥੇ ਸਟੇਜ ਤੇ ਬੋਲਣ ਤੋਂ ਪਹਿਲਾਂ ਜਿੱਥੇ ਇਹਨਾਂ ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ, ਉੱਥੇ ਮੇਰੇ ਬੜੇ ਬਠੇਰੇ, ਮੇਰੇ ਪੜਦਾਦਾ ਜੀ, ਮੇਰੇ ਬਾਬਾ ਜੀ ਔਰ ਮੇਰੇ ਪਿਤਾ ਜੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਸਾਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਆਪਣੀ ਫੁਲਵਾੜੀ ਨੂੰ ਪਹੁੰਚਾਉਣ ਦੇ ਲਈ ਬਹੁਤ ਸੰਘਰਸ਼ ਕੀਤਾ। ਮੈਂ ਉਹਨਾਂ ਦਾ ਵੀ ਰਿਣੀ ਰਹਾਂਗਾ, ਕਿਉਂਕਿ ਕਹਿੰਦੇ ਮਾਂ ਪਿਓ ਦਾ ਸਾਇਆ ਜਦੋਂ ਸਿਰ ਤੋਂ ਉੱਠ ਜਾਂਦਾ ਤੇ ਫਿਰ ਸਾਨੂੰ ਜ਼ਿੰਮੇਵਾਰੀਆਂ ਦਾ ਬੋਝ ਆਪ ਚੱਕਣਾ ਪੈਂਦਾ। ਉਹ ਵਕਤ ਆਇਆ ਸਾਡੇ ਤੇ, ਡੋਲਣਾ ਨਹੀਂ। ਸਾਥੀਓ, ਸਮਾਂ ਬੜਾ ਭਿਆਨਕ ਹੈ ਔਰ ਸੰਘਰਸ਼ ਕभी छोड़ना नहीं। ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਬਾਬਾ ਸਾਹਿਬ ਦੇ ਰਿਣੀ ਹੋ। ਬਾਬਾ ਸਾਹਿਬ ਨੇ ਜੋ ਰਸਤਾ ਸਾਨੂੰ ਦਿਖਾਇਆ, ਰਾਜ ਸੱਤਾ ਦਾ ਰਸਤਾ, ਕੇਪੀ ਸਾਹਿਬ ਵਰਗੇ ਲੀਡਰ ਤੁਹਾਡੇ ਦਰਮਿਆਨ ਹੈ। ਅਗਰ ਅਸੀਂ ਸਹੀ ਰਸਤੇ ਤੇ ਚੱਲ ਕੇ ਇਹਨਾਂ ਨੂੰ ਅੱਗੇ ਵਧਾਈਏ ਤਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਅਸੀਂ ਆਪਣਾ ਸਮਾਜ, ਬਹੁਜਨ ਸਮਾਜ, ਮੂਲ ਨਿਵਾਸੀ ਸਮਾਜ, ਇਹਨਾਂ ਨੂੰ ਰਾਜ ਸੱਤਾ ਦਾ ਸੁੱਖ ਜੋ ਭੋਗਣ ਦੇ ਲਈ ਤਿਆਰ ਕਰ ਰਹੇ ਹਾਂ, ਉਹ ਰਾਜ ਸੱਤਾ ਦੀ ਚਾਬੀ ਅੱਜ
मैडम जी बैठे आ, पार्लीमेंट दे ਜਿਹੜੇ कौशल जी ਹੋਰ ਸਾਥੀ बैठे आ, ਉਹਨਾਂ ਨੂੰ ਪਤਾ ਆ ਕਿ ਰਾਜ ਸੱਤਾ ਦਾ ਸੁੱਖ ਕੀ ਹੁੰਦਾ ਹੈ। ਰਾਜ ਸੱਤਾ ਜਿਨ੍ਹਾਂ ਦੇ ਹੱਥ ਵਿੱਚ ਹੁੰਦੀ ਹੈ, ਉਹ ਚਾਬੀ ਜੇ ਉਹਨਾਂ ਦੇ ਹੱਥ ਵਿੱਚ ਹੈ ਤਾਂ ਸਾਡੇ ਸਮਾਜ ਦੀ ਔਰ ਦੇਸ਼ ਦੀ ਦਸ਼ਾ ਔਰ ਦਿਸ਼ਾ ਬਦਲਣਾ ਉਹਨਾਂ ਦੇ ਹੱਥ ਵਿੱਚ ਹੈ। ਸਮਾਜ ਦੀ ਦਸ਼ਾ ਔਰ ਦਿਸ਼ਾ ਬਦਲਣਾ ਉਹਨਾਂ ਦੇ ਹੱਥ ਵਿੱਚ ਹੈ। ਉਸ ਘਰ ਦੇ ਵਿੱਚੋਂ, ਪਾਰਲੀਮੈਂਟ ਦੇ ਵਿੱਚੋਂ ਤੁਹਾਡੇ ਸਮਾਜ ਦੀਆਂ ਜਿਹੜੀਆਂ ਤਕਦੀਰਾਂ ਲਿਖੀਆਂ ਜਾਂਦੀਆਂ, ਸੋ ਉਸ ਮੰਦਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਰਾਜ ਸੱਤਾ ਦਾ ਸੁੱਖ ਭੋਗਣਾ, ਇਸ ਭਾਰਤ ਦੇਸ਼ ਦੇ ਵਿੱਚ ਐਡੀ ਵੱਡੀ ਤਾਦਾਦ ਦੇ ਵਿੱਚ ਜੋ ਆਬਾਦੀ ਹੈ, ਕੋਈ ਜ਼ਿਆਦਾ ਔਖਾ ਨਹੀਂ ਹੈ। ਯੂਨਾਈਟ ਹੋ ਜਾਓ। ਜਿਸ ਤਰ੍ਹਾਂ ਅੱਜ ਆਪਾਂ KP ਚੌਧਰੀ ਸਾਹਿਬ ਜੀ ਦੇ ਮਗਰ ਸਾਰੇ ਯੂਨਾਈਟ ਹੋ ਕੇ ਬੈਠੇ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਜੋ ਯੂਨਾਈਟ ਹੋ ਜਾਈਏ ਤਾਂ ਕਿ ਜਿਹੜੀ ਰਾਜ ਸੱਤਾ ਦੀ ਚਾਬੀ ਹੈ ਉਹ ਸਾਹਿਬ ਸ਼੍ਰੀ KP ਚੌਧਰੀ ਸਾਹਿਬ ਜੀ ਹੁਣਾਂ ਦੇ ਹੱਥਾਂ ਦੇ ਵਿੱਚ ਆਵੇ। ਸੋ ਕਹਿਣੇ ਨੂੰ ਬਹੁਤ ਕੁਛ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਲੱਗਦਾ ਮੈਂ ਥੋੜਾ ਟਾਈਮ ਜ਼ਿਆਦਾ ਵੀ ਲੈ ਗਿਆ ਹੋਵਾਂਗਾ, ਕਹਿਣ ਨੂੰ ਬਹੁਤ ਦਿਲ ਕਰਦਾ ਹੋਰ, ਪਰ ਇੱਕ ਆਸ ਉਮੀਦ ਲੈ ਕੇ ਕੈਨੇਡਾ ਦੀ ਧਰਤੀ ਤੇ ਜਾਵਾਂਗੇ। ਅੱਜ ਦਾ ਇਕੱਠ ਸਾਨੂੰ ਇੱਕ ਬਹੁਤ ਹੌਸਲਾ ਦਿੰਦਾ ਹੈ ਕਿ ਅਸੀਂ ਉੱਥੇ ਜਾ ਕੇ ਪਹਿਲੇ ਨਾਲੋਂ ਹੋਰ ਜ਼ਿਆਦਾ ਆਪਣੀਆਂ ਸਰਗਰਮੀਆਂ ਤੇਜ਼ ਕਰੀਏ, ਤਾਂ ਕਿ ਜੋ ਸਾਡੇ ਸਮਾਜ ਦੀਆਂ ਔਰਤਾਂ, ਸਾਡੀਆਂ ਭੈਣਾਂ, ਮਾਤਾਵਾਂ, ਜਦ ਤੱਕ ਉਹਨਾਂ ਦੇ ਵਿੱਚ ਸੋਸ਼ਲ ਅਵੇਅਰਨੈਸ ਨਹੀਂ ਆਉਂਦੀ, ਸਮਾਜਿਕ ਜਾਗਰੂਕਤਾ ਨਹੀਂ ਆਉਂਦੀ, ਉਦੋਂ ਤੱਕ ਜੇ ਜੋ ਸੁਨੇਹਾ ਹੈ ਬਾਬਾ ਸਾਹਿਬ ਦਾ ਅਧੂਰਾ ਰਹੇਗਾ। ਕਿਉਂਕਿ ਔਰਤ ਨੂੰ ਹੀ ਬਾਬਾ ਸਾਹਿਬ ਨੇ ਪਹਿਲ ਦੇ ਆਧਾਰ ਤੇ ਉੱਤੇ ਰਾਈਟਸ ਲੈ ਕੇ ਦਿੱਤੇ। ਸਭ ਤੋਂ ਵੱਡਾ ਬਾਬਾ ਸਾਹਿਬ ਜੀ ਦਾ ਇੱਕ ਇਹ ਅਹਿਸਾਨ ਹੈ ਔਰਤਾਂ ਦੇ ਉੱਤੇ ਕਿ ਉਹਨਾਂ ਦੇ ਮਿਸ਼ਨ ਨੂੰ ਆਪ ਵੀ ਸਮਝੋ ਔਰ ਘਰ ਘਰ ਜਾ ਕੇ ਵੀ ਸਮਝਾਓ, ਤਾਂ ਕਿ ਜੇ ਔਰਤ ਜਾਗਰਤ ਆ ਤੇ ਗਾਂ ਪਰਿਵਾਰ ਵੀ ਜਾਗਰਤ ਹੋਵੇਗਾ। ਸੋ ਇਹਦੇ ਨਾਲ ਰਜ਼ਾ ਲੈਂਦਾ ਹੋਇਆ, ਜੈ ਭੀਮ, ਜੈ ਭਾਰਤ।